ਪੰਜਾਬੀ ਮਾਂ ਬੋਲੀ ਸੁਣਨ ਵਾਲੇ ਸਾਡੇ ਸਾਰੇ ਪੰਜਾਬੀ ਭਾਈਚਾਰੇ ਨੂੰ, ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬੀ ਭਾਈਚਾਰੇ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਦਿਨ ਐਤਵਾਰ 21 ਫਰਵਰੀ, ਅੱਜ ਦੇ ਦਿਨ ਅਸੀਂ ਪੰਜਾਬੀ ਭਾਈਚਾਰਾ ਪੰਜਾਬੀ ਮਾਂ ਬੋਲੀ ਦਿਵਸ ਮਨਾ ਰਹੇ ਹਾਂ। ਇੱਕ ਦੂਸਰੇ ਨੂੰ ਅਸੀਂ ਸ਼ੁਭ ਕਾਮਨਾਵਾਂ ਦੇ ਰਹੇ ਹਾਂ। ਆਪਣਾ ਆਪ ਅਸੀਂ ਪੰਜਾਬੀ ਬੋਲੀ ਨੂੰ ਸਮਰਪਿਤ ਕਰ ਰਹੇ ਹਾਂ। ਲਿਖਤਾਂ ਪੰਜਾਬੀ ਬੋਲੀ ਦੀ ਸ਼ਾਨ ਦੇ ਵਿੱਚ ਲਿਖ ਰਹੇ ਹਾਂ। ਸਾਡੀ ਹਮੇਸ਼ਾ ਇਹੀ ਇੱਕ ਕੋਸ਼ਿਸ਼ ਹੈਗੀ ਆ, ਰਹੇਗੀ ਹਮੇਸ਼ਾ, ਰਹੀ ਵੀ ਸੀ ਅਤੇ ਰਹੇਗੀ ਵੀ ਆਉਣ ਵਾਲੇ ਟਾਈਮ ਦੇ ਵਿੱਚ, ਕਿ ਅਸੀਂ ਵੱਧ ਤੋਂ ਵੱਧ ਆਪਣੀ ਮਾਂ ਬੋਲੀ ਪੰਜਾਬੀ ਬੋਲੀਏ, ਪੰਜਾਬੀ ਦੇ ਨਾਲ ਜੁੜੀਏ, ਪੰਜਾਬੀ ਨੂੰ ਲਿਖੀਏ ਤਾਂ ਕਿ ਇਹਦੇ ਅੱਖਰਾਂ 'ਚ ਵਾਧਾ ਹੋਵੇ, ਬੋਲੀ 'ਚ ਵਾਧਾ ਹੋਵੇ ਅਤੇ ਬੋਲਣ ਵਾਲਿਆਂ ਦੇ ਵਿੱਚ ਵਾਧਾ ਹੋਵੇ। ਪਰ ਕੀ ਅਸੀਂ ਇਹ ਸੋਚਿਆ, ਅੱਜ ਦੇ ਦਿਨ ਗੌਰ ਨਾਲ ਸੋਚਿਆ ਕਿ ਅਸੀਂ ਜਿੱਥੇ ਬਹੁਤ ਸਾਰੇ ਵਧੀਆ ਵਧੀਆ ਸ਼ਬਦ ਪੰਜਾਬੀ ਮਾਂ ਬੋਲੀ ਦੀ ਸ਼ਾਨ ਦੇ ਵਿੱਚ ਬੋਲਦੇ ਹਾਂ, ਲਿਖਦੇ ਹਾਂ, ਇਹਦੇ ਲਈ ਜੋਦੜੀਆਂ, ਅਰਦਾਸਾਂ, ਪ੍ਰਾਰਥਨਾਵਾਂ ਕਰਦੇ ਹਾਂ, ਕਿ ਉੱਥੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਜਿਹੜੀਆਂ ਅਸੀਂ ਗਾਲਾਂ ਕੱਢਦੇ ਹਾਂ, ਅਸੱਭਿਅਕ ਬੋਲੀ ਜਿਹੜੀ ਸਾਡੇ ਸਮਾਜ ਦੇ ਢਾਂਚੇ 'ਚ ਫਿੱਟ ਨਹੀਂ ਹੁੰਦੀ ਹੈਗੀ, ਮਰਦਾਂ ਦੀਆਂ ਗਾਲਾਂ, ਔਰਤਾਂ ਦੀਆਂ ਗਾਲਾਂ, ਕੀ ਅਸੀਂ ਉਹ ਆਪਣੀ ਬੋਲੀ ਦੇ ਵਿੱਚੋਂ ਮਨਫੀ ਕਰਨ ਦਾ ਕਦੇ ਸੋਚਿਆ? ਕੀ ਅਸੀਂ ਇਹ ਸੋਚਿਆ ਕਿ ਜੇ ਅਸੀਂ ਪੰਜਾਬੀ ਬੋਲਣੀ ਨੂੰ ਜਿਉਂਦੇ ਰੱਖਣਾ ਆ, ਇਹਨੂੰ ਪਾਕ ਪਵਿੱਤਰ, ਸੱਚੀ ਅਤੇ ਸੁੱਚੀ ਰੱਖਣਾ, ਕਿ ਅਸੀਂ ਇਹਨਾਂ ਗਾਲਾਂ ਦੀ ਜਿਹੜੀ ਵਰਤੋਂ ਆ ਉਹ ਘੱਟ ਕਰਨੀ ਸ਼ੁਰੂ ਕਰਾਂਗੇ? ਕਿ ਅੱਜ ਦੇ ਦਿਨ ਕਿਸੇ ਨੇ ਇਹ ਆਪਣੇ ਆਪ ਨਾਲ ਸਹੁੰ ਪਾਈ ਆ? ਐਸੇ ਵੀ ਕਈ ਲੇਖਕ ਹਨ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਪ੍ਰਾਈਵੇਟ ਤੌਰ 'ਤੇ, ਜਿਨ੍ਹਾਂ ਦੇ ਨਾਲ ਪਰਿਵਾਰਕ ਸੰਬੰਧ ਵੀ ਹੈਗਾ ਆ। ਅੱਜ ਉਹ ਵੀ ਮਾਂ ਬੋਲੀ ਦੇ ਉੱਤੇ ਲੰਬੇ ਲੰਬੇ ਲੇਖ ਲਿਖ ਰਹੇ ਆ, ਆਰਟੀਕਲ ਲਿਖ ਰਹੇ ਆ ਕਿ ਪੰਜਾਬੀ ਮਾਂ ਬੋਲੀ ਦੇ ਲਈ ਵਧੀਆ ਵਧੀਆ ਸ਼ਬਦਾਵਲੀ ਲਿਖੋ, ਸ਼ਬਦ ਲਿਖੋ, ਪੰਜਾਬੀ ਬੋਲੀ ਦੇ ਅੱਖਰਾਂ 'ਚ ਵਾਧਾ ਕਰੋ। ਪਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਆ ਜਾਂ ਉਹਨਾਂ ਨੂੰ ਮਿਲਦੇ ਆ, ਅਤੇ ਉਹਨਾਂ ਦੀ ਹਰ ਗੱਲ ਦੇ ਵਿੱਚ ਇੱਕ ਗਾਲ ਹੁੰਦੀ ਆ, ਇੱਕ ਭੈੜਾ ਅਤੇ ਕੋਝਾ ਸ਼ਬਦ ਹੁੰਦਾ ਆ। ਕਿ ਸਾਡੀ ਝੂਠ ਬੋਲਣ ਦੀ ਆਦਤ ਨਹੀਂ ਗਈ? ਕਿ ਸਾਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਆਪ ਅਤੇ ਸਮਾਜ ਦੇ ਨਾਲ ਝੂਠ ਬੋਲ ਰਹੇ ਹਾਂ? ਜੇ ਸਾਨੂੰ ਪੰਜਾਬੀ ਬੋਲੀ ਦਾ ਇੰਨਾ ਫਿਕਰ ਹੈਗਾ, ਅਤੇ ਫਿਰ ਅਸੀਂ ਆਪਣੀ ਜ਼ੁਬਾਨ 'ਤੇ ਕਿਉਂ ਨਹੀਂ ਕੰਟਰੋਲ ਕਰਦੇ? ਫਿਰ ਆਪਣੀ ਜ਼ੁਬਾਨ ਦੇ ਵਿੱਚੋਂ ਉਹ ਸ਼ਬਦਾਵਲੀ ਕਿਉਂ ਨਹੀਂ ਕੱਢ ਦਿੰਦੇ ਜੋ ਸਾਡੇ ਲਈ ਕੋਝੀ ਹੈ, ਸਮਾਜ ਲਈ ਕੋਝੀ ਹੈ, ਸਾਡੀ ਬੋਲੀ ਨੂੰ ਨੁਕਸਾਨ ਦੇਣ ਵਾਲੀ ਹੈ? ਫਿਰ ਅਸੀਂ ਉਹਨੂੰ ਕਿਉਂ ਨਹੀਂ ਖਤਮ ਕਰ ਦਿੰਦੇ? ਸੋ ਮੈਂ ਬਹੁਤ ਲੰਬੀ ਚੌੜੀ ਗੱਲ ਨਹੀਂ ਕਰਾਂਗੀ, ਗੱਲ ਆਪਣੀ ਮਾਂ ਬੋਲੀ ਦੀ ਗੱਲ ਕਰਾਂਗੀ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜਨਾ ਚਾਹੀਦਾ। ਉਹਦੇ ਵਿੱਚ ਵਧੀਆ ਵਧੀਆ ਸਾਨੂੰ ਘੜ ਕੇ ਸ਼ਬਦ ਉਹਦੇ ਵਿੱਚ, ਉਹਦੇ ਖਜ਼ਾਨੇ 'ਚ ਪਾਉਣੇ ਚਾਹੀਦੇ ਆ, ਤਾਂ ਕਿ ਇੱਕ ਨਵਾਂ ਉਹਨਾਂ ਨੂੰ ਸ਼ਬਦ ਮਿਲ ਸਕੇ। ਇਹ ਨਹੀਂ ਕਿ ਅਸੀਂ ਆਪਣੇ ਪੁਰਾਣੇ ਸ਼ਬਦਾਂ ਨੂੰ, ਆਪਣੀ ਪੁਰਾਣੀ ਸ਼ਬਦਾਵਲੀ ਨੂੰ ਭੁੱਲ ਜਾਣਾ, ਪਰ ਉਹਦੇ ਵਿੱਚ ਅੱਜ ਜਿਹੜੇ ਸੌਖੇ ਸ਼ਬਦ ਆ, ਅੱਜ ਦੀ ਪੀੜ੍ਹੀ ਨੂੰ ਜਿਹੜੇ ਸੌਖੇ ਲੱਗ ਰਹੇ ਨੇ, ਉਹ ਸ਼ਬਦ ਵੀ ਉਹਦੇ ਵਿੱਚ ਅਸੀਂ ਪਾਉਂਦੇ ਹਾਂ ਉਸ ਖਜ਼ਾਨੇ ਦੇ ਵਿੱਚ, ਤਾਂ ਕਿ ਸਾਡੇ ਕੋਲ ਹਰ ਤਰ੍ਹਾਂ ਦਾ ਇੱਕ ਨਵਾਂ ਅਤੇ ਪੁਰਾਣਾ ਸ਼ਬਦ ਸਾਡਾ ਮੇਲ ਜੋਲ ਉਹਦੇ ਨਾਲ ਬਣਿਆ ਰਵੇ। ਬਜ਼ੁਰਗਾਂ ਦੀ ਬੋਲੀ ਵੀ ਹੈ ਸਾਡੇ ਕੋਲ, ਸਾਡੇ ਆਪਣੇ ਸਮੇਂ ਦੀ ਬੋਲੀ ਵੀ ਹੈ ਸਾਡੇ ਕੋਲ, ਅਤੇ ਸਾਡੇ ਬੱਚਿਆਂ ਦੀ ਬੋਲੀ ਵੀ ਸਾਡੇ ਕੋਲ ਹੈਗੀ, ਜਿਹੜੀ ਉਹਨਾਂ ਨੂੰ ਬੜੇ ਸੌਖੇ ਅਤੇ ਵਧੀਆ ਸਖਾਲੂ ਢੰਗ ਨਾਲ ਸਮਝ ਆ ਰਹੀ ਸਾਡੀ ਬੋਲੀ। ਪੰਜਾਬੀ ਦਿਵਸ ਮਨਾਉਣ ਦਾ ਸਾਨੂੰ ਤਾਂ ਹੀ ਫਾਇਦਾ ਆ ਜੇ ਅਸੀਂ ਆਪਣੀਆਂ ਗੱਲਾਂ ਦੇ ਵਿੱਚੋਂ ਗਾਲਾਂ ਨੂੰ ਖਤਮ ਕਰਾਂਗੇ। ਚਾਹੇ ਅਸੀਂ ਕਿਸੇ ਧਰਨੇ 'ਤੇ ਬੈਠੇ ਹਾਂ, ਅਸੀਂ ਉੱਥੇ ਜਦੋਂ ਨਾਅਰੇ ਲਾਉਂਦੇ, ਸਾਡੇ ਨਾਅਰਿਆਂ ਦੇ ਵਿੱਚ ਗਾਲਾਂ ਹੁੰਦੀਆਂ। ਬੇਸ਼ੱਕ ਅਸੀਂ ਅੱਜ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਹਾਂ, ਅਸੀਂ ਮੰਗਾਂ ਸਰਕਾਰ ਤੋਂ ਮੰਗ ਰਹੇ ਹਾਂ, ਸਰਕਾਰ ਦੇ ਨਾਲ ਅਸੀਂ ਆਡਾ ਲਿਆ ਹੋਇਆ ਆ। ਸਰਕਾਰ ਜਿਸ ਵੀ ਰਵੱਈਏ ਦੇ ਵਿੱਚ ਹੈ, ਚਾਹੇ ਉਹ ਝੁਕੀ ਆ, ਚਾਹੇ ਉਹ ਕਮਜ਼ੋਰ ਆ, ਚਾਹੇ ਉਹ ਆਪਣੇ ਸਖਤ ਰਵੱਈਏ 'ਚ ਆ, ਅਸੀਂ ਵੀ ਡਟੇ ਹੋਏ ਹਾਂ। ਪਰ ਕੀ ਸਾਨੂੰ ਇਹ ਸ਼ੋਭਦਾ ਕਿ ਅੱਜ ਦੇ ਦਿਨ ਹੀ ਅਸੀਂ ਗਾਲਾਂ ਕੱਢ ਕੱਢ ਕੇ ਸਰਕਾਰ ਨੂੰ, ਔਰ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਣੀਆਂ ਨਹੀਂ ਜਾਂਦੀਆਂ, ਅਤੇ ਅਸੀਂ ਉਹਦੇ ਤੋਂ ਹੀ ਮੰਗਾਂ ਮੰਗ ਰਹੇ ਹਾਂ ਅਤੇ ਉਹਨੂੰ ਹੀ ਗਾਲਾਂ ਕੱਢ ਰਹੇ ਹਾਂ? ਇਸ ਤੋਂ ਇਲਾਵਾ ਹੋਰ ਵੀ ਆ, ਸਾਡਾ ਕੋਈ ਵੀ ਪ੍ਰੋਟੈਸਟ ਹੁੰਦਾ ਆ, ਅਸੀਂ ਉਹਦੇ ਵਿੱਚ ਗਾਲਾਂ ਸ਼ਾਮਲ ਕਰ ਲੈਂਦੇ ਹਾਂ, ਅਸੀਂ ਫੇਸਬੁੱਕ ਦੇ ਉੱਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ, ਅਸੀਂ ਲਿਖਤਾਂ ਦੇ ਵਿੱਚ ਗਾਲਾਂ, ਸਾਡੀ ਬੋਲੀ ਦੇ ਵਿੱਚ ਗਾਲਾਂ। ਪੰਜਾਬੀ ਮਾਂ ਦਿਵਸ ਮਨਾਉਣ ਦਾ
ਸਾਨੂੰ ਤਦ ਹੀ ਫਾਇਦਾ ਹੋਵੇਗਾ ਜਦੋਂ ਅਸੀਂ ਇਹ ਕੁਝ ਸ਼ਬਦ ਆਪਣੀ ਬੋਲੀ 'ਚੋਂ ਮਨਫੀ ਕਰਾਂਗੇ ਅਤੇ ਨਵੇਂ ਅਤੇ ਸੋਹਣੇ ਅਤੇ ਪਾਕ ਅਤੇ ਸੁਚੱਜੇ ਸ਼ਬਦ ਲੈ ਕੇ ਆਵਾਂਗੇ, ਤਾਂ ਅਸੀਂ ਇਸ ਨੂੰ ਹੋਰ ਇਹਦਾ ਘੇਰਾ ਵਿਸ਼ਾਲ ਕਰ ਸਕਦੇ ਹਾਂ। ਇੱਕ ਤੋਂ ਗੱਲਾਂ ਜੋ ਮੈਨੂੰ ਚੰਗੀਆਂ ਲੱਗ ਰਹੀਆਂ, ਜਰਮਨ ਦੇ ਵਿੱਚ ਮੈਂ ਰਹਿ ਰਹੀ ਹਾਂ, ਜਰਮਨ ਦੀ ਹੀ ਗੱਲ ਕਰਾਂਗੀ। ਜਰਮਨ ਬੋਲੀ ਦੇ ਵਿੱਚ ਕੋਈ ਗਾਲ ਨਹੀਂ। ਜਰਮਨ ਗੋਰਿਆਂ ਦੀ ਕੋਈ ਗਾਲ ਨਹੀਂ ਹੈਗੀ। ਇਹਨਾਂ ਦੀਆਂ 1 ਜਾਂ 2 ਗਾਲਾਂ ਆ। ਇੱਕ ਵੱਧ ਤੋਂ ਵੱਧ ਜਦੋਂ ਇਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੁੰਦਾ ਅਤੇ ਇਹ ਬੰਦੇ ਨੂੰ ਕਹਿ ਦੇਣਗੇ ਕਿ ਚੱਲ ਤੂੰ ਸੂਰ ਆ, ਜਿਹਨੂੰ ਅਸੀਂ ਜਰਮਨ 'ਚ ਕਹਿ ਦਿੰਦੇ ਹਾਂ ਸ਼ਵਾਈਨ, ਕਿ ਤੂੰ ਸ਼ਵਾਈਨ ਆ, ਤੂੰ ਸੂਰ ਆ। ਇੱਕ ਗੁੱਸੇ ਵਾਲਾ ਲਫ਼ਜ਼ ਆ। ਅਤੇ ਦੂਸਰਾ, ਜਦੋਂ ਬਹੁਤ ਜ਼ਿਆਦਾ ਇਹਨਾਂ 'ਚ ਗੁੱਸਾ ਚੜਿਆ ਹੁੰਦਾ, ਜਿਹਨੂੰ ਇਹ ਕੱਢ ਨਹੀਂ ਸਕਦੇ, ਅਤੇ ਇਹ ਮਰਦ ਦੇ ਜੈਂਡਰ ਦੇ ਉੱਤੇ ਗੱਲ ਕਰ ਦਿੰਦੇ, ਉਹਨੂੰ ਗਾਲ ਕੱਢ ਦਿੰਦੇ ਆ। ਇਸ ਤੋਂ ਇਲਾਵਾ ਇਹਨਾਂ ਦੇ ਕੋਲ ਹੋਰ ਕੋਈ ਨਹੀਂ ਗਾਲ ਹੈਗੀ। ਇਸ ਤੋਂ ਇਲਾਵਾ ਜਰਮਨਾਂ ਦੇ ਕੋਲ ਕੋਈ ਗਾਲ ਨਹੀਂ ਹੈਗੀ। ਮਰਦ ਦੀ ਮਰਦਾਨਗੀ ਨੂੰ ਇਹ ਗਾਲ ਕੱਢਣਗੇ, ਉਹਨੂੰ ਨਮਰਦ ਕਹਿ ਦੇਣਗੇ ਜਾਂ ਫਿਰ ਸੂਰ ਕਹਿ ਦੇਣਗੇ। ਤੀਸਰੀ ਇਹਨਾਂ ਦੇ ਕੋਲ ਕੋਈ ਗਾਲ ਨਹੀਂ ਹੈਗੀ। ਜਦੋਂ ਮਰਦ ਦੀ ਮਰਦਾਨਗੀ 'ਤੇ ਇਹ ਬੋਲਦੇ ਆ, ਉਹਦੇ 'ਤੇ ਇਹ ਉਂਗਲੀ ਉਠਾਉਂਦੇ ਆ, ਅਤੇ ਉਹਦੇ 'ਤੇ ਤੁਹਾਨੂੰ ਫਾਈਨ ਵੀ ਹੋ ਸਕਦਾ, ਤੁਹਾਨੂੰ ਜੇਲ੍ਹ ਦਾ ਜੁਰਮਾਨਾ ਵੀ ਆ ਸਕਦਾ, ਕਿਉਂਕਿ ਤੁਸੀਂ ਕਿਸੇ ਦੀਆਂ ਫੀਲਿੰਗਸ, ਕਿਸੇ ਦੀਆਂ ਭਾਵਨਾ, ਕਿਸੇ ਦਾ ਪ੍ਰਾਊਡ ਆ ਜਿਹੜਾ, ਉਹਨੂੰ ਤੁਸੀਂ ਡਾਊਨ ਕਰ ਰਹੇ ਹੈਗੇ ਆ। ਮਰਦ ਦੀ ਈਗੋ ਨੂੰ ਤੁਸੀਂ ਡਾਊਨ ਕਰ ਰਹੇ ਹੈਗੇ ਆ। ਸੋ ਇਹਦੀਆਂ ਗਾਲਾਂ ਇਹ 2 ਗਾਲਾਂ ਜਰਮਨ ਦੇ ਵਿੱਚ। ਜਰਮਨ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜਰਮਨ ਭਾਸ਼ਾ ਦੇ ਵਿੱਚ ਹੁਣ ਬਹੁਤ ਸਾਰੀਆਂ ਗਾਲਾਂ ਸ਼ਾਮਲ ਹੋ ਗਈਆਂ ਇਹਨਾਂ ਦੀ ਬੋਲੀ ਦੇ ਵਿੱਚ। ਉਹ ਗਾਲਾਂ ਤੁਰਕੀ ਲੋਕ ਇੱਥੇ ਆਏ, ਅਰਬ ਕੰਟਰੀ ਦੇ ਜਿੰਨੇ ਵੀ ਲੋਕ ਸੀਗੇ, ਉਹ ਇਸ ਕੰਟਰੀ ਦੇ ਵਿੱਚ ਆਏ। ਉਹ ਆਪਣੇ ਬੋਲੀ ਦੀਆਂ ਆਪਣੀਆਂ ਭਾਸ਼ਾ ਦੇ ਵਿੱਚ ਕੱਢੀਆਂ ਹੋਈਆਂ ਗਾਲਾਂ ਇੱਥੇ ਆ ਕੇ ਉਹਨਾਂ ਨੇ ਕੱਢੀਆਂ, ਜਿਨ੍ਹਾਂ ਦੇ ਬੱਚਿਆਂ ਨੇ ਅੱਗੇ ਇੱਥੇ ਜਨਮ ਲਿਆ ਅਤੇ ਉਹਨਾਂ ਨੇ ਜਰਮਨ ਬੋਲੀ ਦੇ ਵਿੱਚ ਉਹੀ ਗਾਲਾਂ ਨੂੰ ਕਨਵਰਟ ਕਰਕੇ ਬੋਲਣਾ ਸ਼ੁਰੂ ਕਰ ਦਿੱਤਾ। ਉਹ ਸੇਮ ਗਾਲਾਂ ਉਹੀ ਆ ਜਿਸ ਤਰ੍ਹਾਂ ਦੀਆਂ ਸਾਡੀਆਂ ਪੰਜਾਬੀ ਦੇ ਵਿੱਚ ਮਾਵਾਂ ਅਤੇ ਭੈਣਾਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਆ, ਕਿਉਂਕਿ ਸਾਡੀ ਹਰ ਗਾਲ ਭੈਣ ਦੀ ਇੱਜ਼ਤ ਦੇ ਲਈ ਆ, ਅਤੇ ਮਾਂ ਦੇ ਖਿਲਾਫ ਆ, ਅਤੇ ਭੈਣ ਦੇ ਖਿਲਾਫ ਆ ਗਾਲਾਂ ਕੱਢੀਆਂ ਜਾਂਦੀਆਂ। ਇਸੇ ਤਰ੍ਹਾਂ ਅਰਬ ਕੰਟਰੀ ਦੇ ਵਿੱਚ ਵੀ ਮਾਂ ਅਤੇ ਭੈਣ ਦੇ ਉੱਤੇ ਹੀ ਗਾਲਾਂ ਕੱਢੀਆਂ ਜਾਂਦੀਆਂ। ਇਹ ਜਿੰਨੇ ਵੀ ਅਰਬ ਕੰਟਰੀ ਦੇ ਲੋਕ ਸੀਗੇ, ਉਹ ਆਪਣੇ ਦੇਸ਼ ਦਾ ਜਿੱਥੇ ਇਹ ਕਲਚਰ ਨਾਲ ਲੈ ਕੇ ਆਇਆ, ਸੱਭਿਆਚਾਰ, ਖਾਣਾ, ਬੋਲੀ ਨਾਲ ਲੈ ਕੇ ਆਇਆ, ਨਾਲ ਉਹ ਗਾਲਾਂ ਲੈ ਕੇ ਆਏ ਆ। ਕਹਿੰਦੇ ਕਿ ਜਦੋਂ ਅਸੀਂ ਕਿਸੇ ਮੁਲਕ ਦੇ ਵਿੱਚ ਜਾਂਦੇ ਹਾਂ, ਉੱਥੇ ਚੰਗੇ ਸ਼ਬਦ ਸਿੱਖਣ ਤੋਂ ਪਹਿਲਾਂ ਅਸੀਂ ਮਾੜੇ ਸ਼ਬਦ ਸਿੱਖਦੇ ਹਾਂ, ਉੱਥੇ ਦੀਆਂ ਗਾਲਾਂ ਸਿੱਖਦੇ ਹਾਂ, ਕਿਸੇ ਨੂੰ ਗੁੱਸੇ ਕਿੱਦਾਂ ਹੋਣਾ, ਉਹਨੂੰ ਬੋਲਣਾ ਕਿੱਦਾਂ, ਅਸੀਂ ਉਹ ਸ਼ਬਦ ਸਿੱਖਦੇ ਹਾਂ। ਚੰਗੀ ਚੀਜ਼ ਤੋਂ ਪਹਿਲਾਂ ਅਸੀਂ ਮਾੜੀ ਚੀਜ਼ ਵੱਲ ਸਾਡਾ ਧਿਆਨ ਜਾਂਦਾ। ਹਰ ਕਿਸੇ ਦਾ ਇੱਕ ਇਨਸਾਨੀਅਤ ਫਿਤਰਤ ਹੈਗੀ ਹੈ। ਸੋ ਅਫਸੋਸ ਵਾਲੀ ਗੱਲ, ਅੱਜ ਦੇ ਟਾਈਮ ਦੇ ਵਿੱਚ ਜਰਮਨ ਇਸ ਗੱਲ ਦਾ ਕਰ ਰਿਹਾ ਕਿ ਸਾਡੀ ਬੋਲੀ ਬੜੀ ਸੋਹਣੀ ਅਤੇ ਖੂਬਸੂਰਤ ਸੀ, ਪਰ ਇਸ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਗਾਲਾਂ ਬਹੁਤ ਸ਼ਾਮਲ ਹੋ ਗਈਆਂ। ਉਹ ਕਹਿੰਦੇ ਕਿ ਅਸੀਂ ਪਹਿਲਾਂ ਕਦੇ ਇੱਦਾਂ ਦੀਆਂ ਗੱਲਾਂ ਸੁਣੀਆਂ ਹੀ ਨਹੀਂ ਸੀ ਜੋ ਅੱਜ ਦੇ ਟਾਈਮ ਦੇ ਵਿੱਚ, ਅੱਜ ਦੀ ਜਨਰੇਸ਼ਨ ਸਾਡੇ ਘਰ ਦੇ ਵਿੱਚ ਬੋਲ ਰਹੀ ਆ, ਔਰ ਅਸੀਂ ਬੜਾ ਡਾਊਨ ਫੀਲ ਕਰ ਰਹੇ ਹਾਂ ਕਿ ਸਾਡੀ ਬੋਲੀ ਦੇ ਵਿੱਚ ਇਹ ਗਾਲਾਂ ਕਿੱਥੋਂ ਆਈਆਂ। ਪਤਾ ਉਹਨਾਂ ਨੂੰ ਵੀ ਕਿ ਗਾਲਾਂ ਕੌਣ ਲੈ ਕੇ ਆਇਆ ਇੱਥੇ। ਸੋ ਇਹ ਆ ਕਿ ਸਾਡੀਆਂ ਜਿਹੜੀਆਂ ਬੋਲੀ ਦੀਆਂ ਗਾਲਾਂ ਇੱਥੇ ਉਹ ਨਹੀਂ ਕੱਢੀਆਂ ਜਾਂਦੀਆਂ ਜਰਮਨ ਦੇ ਵਿੱਚ, ਪਰ ਸਾਡੀਆਂ ਬੋਲੀ ਵੀ ਉਹੀ ਆ ਗਾਲਾਂ ਜੋ ਅਰਬ ਕੰਟਰੀ ਦੇ ਲੋਕ ਗਾਲਾਂ ਕੱਢਦੇ ਆ। ਸੋ ਮੈਂ ਬੋਲੀ ਦੀ ਗੱਲ ਕਰ ਰਹੀ ਸੀ ਕਿ ਸਾਨੂੰ ਆਪਣੀ ਬੋਲੀ ਗੰਦੀ ਕਰਨ ਦੀ ਬਜਾਏ, ਅਸੀਂ ਅੱਜ ਉਹਦਾ ਦਿਵਸ ਮਨਾ ਰਹੇ ਹਾਂ, ਇਹਨੂੰ ਹੋਰ ਗੰਦੀ ਅਤੇ ਗੰਦਲਾ ਅਤੇ ਗਸੈਲਾ ਕਰਨ ਦੀ ਬਜਾਏ ਸਾਨੂੰ ਇਹ ਅੱਜ ਦੇ ਟਾਈਮ ਸਹੁੰ ਲੈਣੀ ਚਾਹੀਦੀ ਆ। ਸਾਨੂੰ ਸਹੁੰ ਪਾ ਲੈਣੀ ਚਾਹੀਦੀ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਵਿੱਚ ਆਪਣੀ ਜ਼ੁਬਾਨ ਨੂੰ ਗੰਦਾ ਨਹੀਂ ਕਰਨਾ। ਗੁੱਸਾ ਬਹੁਤ ਆ ਜਾਂਦਾ, ਗੁੱਸੇ ਨੂੰ ਕੱਢਣ ਦੇ ਲਈ ਸਾਡੇ ਕੋਲ ਹੋਰ ਬਹੁਤ ਗੁੱਸੇ ਵਾਲੇ ਸ਼ਬਦ ਨੇ, ਅਸੀਂ ਕਿਸੇ ਤਰ੍ਹਾਂ ਵੀ ਆਪਣਾ ਗੁੱਸਾ ਕੱਢ ਸਕਦੇ ਹਾਂ। ਜ਼ਰੂਰੀ ਨਹੀਂ ਕਿ ਅਸੀਂ ਉਹਨਾਂ ਨੂੰ ਬੋਲ ਕੇ ਜਾਂ ਗੰਦਾ ਉਹਨੂੰ ਕਰਕੇ ਹੀ ਬੋਲਣਾ। ਅੱਜ ਦਾ ਦਿਨ ਸਾਰਿਆਂ ਨੂੰ ਮੁਬਾਰਕ ਹੋਵੇ, ਪੰਜਾਬੀ ਦਿਵਸ। ਵੱਧ ਤੋਂ ਵੱਧ ਆਪਣੀ ਅਸੀਂ ਬੋਲੀ ਨਾਲ ਇਸੇ ਤਰ੍ਹਾਂ ਜੁੜਦੇ ਰਹੀਏ, ਆਪਣੀਆਂ ਲਿਖਤਾਂ ਲਿਖਦੇ ਰਹੀਏ, ਵਧੀਆ ਸ਼ਬਦ ਲੈ ਕੇ ਆਉਂਦੇ ਰਹੀਏ। ਹਾਂ, ਇੱਕ ਟਾਈਮ ਸੀ ਜਦੋਂ ਅਸੀਂ ਕਹਿੰਦੇ ਸੀ ਖਾਲਸ ਸਾਡਾ ਪੰਜਾਬੀ ਸ਼ਬਦ ਪੰਜਾਬੀ ਬੋਲੀ ਦਾ ਹੀ ਲਿਖਿਆ ਹੋਣਾ ਚਾਹੀਦਾ। ਸੋ ਸਾਡੀ ਬੋਲੀ ਦੇ ਵਿੱਚ ਬਹੁਤ ਸਾਰੇ ਹਿੰਦੀ ਦੇ ਲਫ਼ਜ਼ ਨੇ, ਬਹੁਤ ਸਾਰੇ ਅੰਗਰੇਜ਼ੀ ਦੇ ਨੇ, ਬਹੁਤ ਸਾਰੇ ਉਰਦੂ ਦੇ ਨੇ। ਸੋ ਇੱਕ ਮਿਸ਼ਰਨ ਆ,
ਇਹ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਹਰ ਬੋਲੀ ਦਾ ਇੱਕ ਗੁਲਦਸਤਾ ਸਾਡੀ ਬੋਲੀ ਦੇ ਵਿੱਚ ਮਿਲ ਰਿਹਾ। ਅਸੀਂ ਲਿਖਣ ਵੇਲੇ ਆਪਣੀ ਬੋਲੀ ਦੇ ਵਿੱਚ ਉਰਦੂ ਦੇ ਸ਼ਬਦ ਵੀ ਕਰ ਲੈਂਦੇ ਹਾਂ, ਪੰਜਾਬੀ, ਹਿੰਦੀ, ਜੋ ਵੀ ਸਾਨੂੰ ਸਾਡੀ ਸ਼ਾਇਰੀ ਦੇ ਵਿੱਚ, ਕਵਿਤਾ ਦੇ ਵਿੱਚ, ਸਾਡੇ ਆਰਟੀਕਲ ਦੇ ਵਿੱਚ, ਲੇਖ 'ਤੇ ਜੋ ਸਾਡੇ ਦਿਮਾਗ 'ਚ, ਜੋ ਸਾਡੀ ਲਾਈਨ ਦੇ ਵਿੱਚ ਫਿੱਟ ਪੈਂਦਾ ਅਸੀਂ ਉਹ ਕਰਦੇ ਹਾਂ। ਸੋ ਕੁੱਲ ਮਿਲਾ ਕੇ ਸਾਨੂੰ ਇਹ ਗੱਲ ਨਹੀਂ ਸੋਚਣੀ ਚਾਹੀਦੀ ਕਿ ਇੱਥੇ ਪੰਜਾਬੀ ਲਫ਼ਜ਼ ਕਾਹਤੇ ਨਹੀਂ ਲਿਖਿਆ, ਇੱਥੇ ਪਿਓਰ ਪੰਜਾਬੀ ਨਹੀਂ ਲਿਖਿਆ। ਪਿਓਰ ਪੰਜਾਬੀ ਅਸੀਂ ਹੈਗੇ ਹਾਂ, ਰਹਾਂਗੇ, ਬੋਲਾਂਗੇ ਪੰਜਾਬੀ, ਪਰ ਕਿਤੇ ਨਾ ਕਿਤੇ ਹਰ ਚੀਜ਼ ਦੇ ਵਿੱਚ ਮਿਸ਼ਰਨ ਆ, ਉਹਦੇ ਵਿੱਚ ਉਹਨੂੰ ਸਪਾਈਸੀ ਬਣਾਇਆ ਜਾਂਦਾ ਆ। ਅੱਜ ਦੇ ਟਾਈਮ ਦੇ ਵਿੱਚ ਉਹਨੂੰ ਕਲਰਫੁਲ ਬਣਾਇਆ ਜਾਂਦਾ, ਉਹਦੇ ਵਿੱਚ ਥੋੜ੍ਹਾ ਰੰਗ ਭਰਿਆ ਜਾਂਦਾ। ਸੋ ਇੱਥੇ ਮਾफ़ ਕਰ ਦਿਆ ਕਰੋ ਹਰ ਕਿਸੇ ਨੂੰ, ਕਿਉਂਕਿ ਬੋਲੀ ਦੇ ਨਾਲ ਜੁੜਨ ਦਾ ਸਾਡਾ ਮੇਨ ਮੁੱਦਾ ਆ, ਬੋਲੀ ਬੋਲਣ ਦਾ ਆ। ਬੋਲੀ ਨੂੰ ਅਸੀਂ ਬਰਕਰਾਰ ਕਿਸ ਤਰ੍ਹਾਂ ਰੱਖਣਾ, ਸਾਡਾ ਇੱਕ ਇਹ ਖਾਸ ਮਿਸ਼ਨ ਹੈਗਾ। ਉਹ ਅਸੀਂ ਪੰਜਾਬੀ ਸਾਰੇ ਜਿੱਥੇ ਵੀ ਬੈਠੇ ਹਾਂ ਅਸੀਂ ਜੁੜੇ ਹੋਏ ਹਾਂ, ਔਰ ਸਾਨੂੰ ਪਤਾ ਆਪਣੀਆਂ ਹੱਦਾਂ ਸਰਹੱਦਾਂ ਦਾ ਔਰ ਸਾਡੀਆਂ ਜ਼ਿੰਮੇਵਾਰੀਆਂ ਦਾ। ਸਿਰਫ ਇਹੀ ਖਾਸ ਬੇਨਤੀ ਆ ਕਿ ਜਿੱਥੇ ਅਸੀਂ ਅੱਜ ਦੇ ਦਿਨ ਇਹਨਾਂ ਪੰਜਾਬੀ ਮਾਂ ਬੋਲੀ ਲਈ ਬਹੁਤ ਕੁਛ ਸ਼ੁਭੇਛਾਵਾਂ ਦੇ ਰਹੇ ਹਾਂ, ਆਪਣੀ ਗੰਧਲੀ ਜ਼ੁਬਾਨ 'ਤੇ ਵੀ ਅਸੀਂ ਕੰਟਰੋਲ ਕਰੀਏ, ਗਾਲਾਂ ਨੂੰ ਮਨਫੀ ਕਰੀਏ, ਭੈਣਾਂ ਅਤੇ ਮਾਵਾਂ ਦੀ ਇੱਜ਼ਤ ਕਰੀਏ। ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ, ਭੈਣਾਂ ਤੋਂ ਰੱਖੜੀਆਂ ਬਣਾਉਂਦੇ ਹਾਂ, ਮਾਵਾਂ ਦੇ ਕਦਮਾਂ 'ਚ ਅਸੀਂ ਜੰਨਤ ਦੇਖਦੇ ਹਾਂ, ਔਰ ਮਾਂ ਦੀਆਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਦੀਆਂ ਅਸੀਂ ਸੌਹਾਂ ਖਾਂਦੇ ਹਾਂ, ਮਾਂ ਦੀ ਪਾਟੀ ਚੁੰਨੀ ਦੀਆਂ ਅਸੀਂ ਕਸਮਾਂ ਖਾਂਦੇ ਹਾਂ। ਅਤੇ ਉੱਥੇ ਸਾਨੂੰ ਉਹ ਮਾਂ ਨੂੰ ਇੱਜ਼ਤ ਵੀ ਉਸੇ ਤਰ੍ਹਾਂ ਦੇਣੀ ਚਾਹੀਦੀ ਹੈ, ਨਾ ਕਿ ਗਾਲਾਂ ਕੱਢ ਕੇ ਦੇਣੀ ਚਾਹੀਦੀ ਹੈ। ਜੀ ਹਾਂ ਦੋਸਤੋ, ਮੈਨੂੰ ਗੱਲ ਕਰਦੀ ਨੂੰ ਇੱਕ ਗੱਲ ਯਾਦ ਆਈ ਹੈ। ਉਹ ਗੱਲ ਰਸੂਲ ਹਮਜ਼ਾ ਤੋਪ ਨੇ ਜੀ ਹੁਣਾਂ ਦੀ ਲਿਖੀ ਆ। ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਮੈਂ ਇੱਕ ਵਾਰੀ ਮੈਨੂੰ ਪੈਰਿਸ ਜਾਣ ਦਾ ਮੌਕਾ ਮਿਲਿਆ, ਅਤੇ ਜਦੋਂ ਉਹ ਦਾਗਿਸਤਾਨ ਤੋਂ ਪੈਰਿਸ ਜਾ ਰਿਹਾ ਸੀ ਤਾਂ ਉਹਨੇ ਆਪਣੇ ਉਸ ਪਿੰਡ ਦੀ ਇੱਕ ਬੁੱਢੀ ਔਰਤ ਉਸ ਦੇ ਕੋਲ ਆਈ ਅਤੇ ਉਹਨੂੰ ਆ ਕੇ ਕਿਹਾ ਕਿ ਤੂੰ ਪੈਰਿਸ ਜਾ ਰਿਹਾ ਅਤੇ ਜਾ ਕੇ ਮੇਰੇ ਪੁੱਤ ਨੂੰ ਜ਼ਰੂਰ ਮਿਲੀ ਜਿਹੜਾ ਉੱਥੇ ਪੈਰਿਸ ਰਹਿ ਰਿਹਾ। ਰਸੂਲ ਹਮਜ਼ਾ ਤੋਂ ਉਸ ਆਪਣੇ ਪਿੰਡ ਦੀ ਦਾਗਿਸਤਾਨ ਦੀ ਬਜ਼ੁਰਗ ਮਾਈ ਦੇ ਨਾਲ ਵਾਅਦਾ ਕਰਕੇ ਪੈਰਿਸ ਚਲਾ ਗਿਆ। ਉੱਥੇ ਜਾ ਕੇ ਉਹ ਆਪਣੇ ਪਿੰਡ ਦੇ ਮੁੰਡੇ ਨੂੰ, ਆਪਣੇ ਉਸ ਮਾਈ ਦੇ ਪੁੱਤ ਨੂੰ ਮਿਲਿਆ। ਮਿਲਣ ਤੋਂ ਬਾਅਦ ਵਾਪਸ ਜਦੋਂ ਉਹ ਆਪਣੇ ਪਿੰਡ ਵਾਪਸ ਆਉਂਦਾ, ਦਾਗਿਸਤਾਨ ਵਾਪਸ ਆਉਂਦਾ, ਅਤੇ ਉਹ ਮਾਈ ਰਸੂਲ ਹਮਜ਼ਾ ਤੋਪ ਦੇ ਕੋਲ ਆਉਂਦੀ ਆ ਆਪਣੇ ਪੁੱਤ ਦੀ ਖਬਰ ਲੈਣ ਲਈ, ਅਤੇ ਆ ਕੇ ਹਮਜ਼ਾ ਤੋਪ ਤੋਂ ਪੁੱਛਦੀ ਆ ਕਿ ਤੂੰ ਮੇਰੇ ਪੁੱਤ ਨੂੰ ਪਰਦੇਸ ਦੇ ਵਿੱਚ ਮਿਲਿਆ ਸੀ? ਤਾਂ ਹਮਜ਼ਾ ਤੋਪ ਨੇ ਕਿਹਾ ਕਿ ਹਾਂ, ਮੈਂ ਤੇਰੇ ਪੁੱਤ ਨੂੰ ਮਿਲਿਆ ਸੀ। ਅਤੇ ਉਸ ਮਾਈ ਨੂੰ ਬਹੁਤ ਖੁਸ਼ੀ ਹੋਈ। ਉਹਨੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਫਿਰ ਪੁੱਛਣ ਲੱਗੀ, ਮੇਰੇ ਪੁੱਤ ਨੇ ਅਤੇ ਤੂੰ ਕਿਹੜੀ ਭਾਸ਼ਾ ਦੇ ਵਿੱਚ ਗੱਲ ਕੀਤੀ ਸੀ? ਤੂੰ ਮੈਨੂੰ ਇਹ ਤਾਂ ਦੱਸ, ਮੇਰਾ ਪੁੱਤ ਕਿਹੜੀ ਭਾਸ਼ਾ ਬੋਲਦਾ? ਕਿਉਂਕਿ ਉਹਨੂੰ ਬਹੁਤ ਦੇਰ ਹੋ ਗਈ ਪੈਰਿਸ ਰਹਿੰਦੇ ਨੂੰ, ਅਤੇ ਹੁਣ ਤੂੰ ਜਦੋਂ ਉਹਨੂੰ ਮਿਲਿਆ ਅਤੇ ਮੇਰਾ ਪੁੱਤ ਤੇਰੇ ਨਾਲ ਕਿਹੜੀ ਭਾਸ਼ਾ ਬੋਲਦਾ ਸੀ? ਤਾਂ ਰਸੂਲ ਹਮਜ਼ਾ ਤੋਪ ਨੇ ਉਸ ਮਾਈ ਨੂੰ ਕਿਹਾ, ਅਸੀਂ ਦੋ ਭਾਸ਼ੀ ਵਿੱਚ ਗੱਲ ਕੀਤੀ ਆ। ਮੈਂ ਆਪਣੇ ਦਾਗਿਸਤਾਨ ਦੀ ਬੋਲੀ ਬੋਲਦਾ ਸੀ ਅਤੇ ਉਹ ਪੈਰਿਸ ਦੀ ਬੋਲੀ। ਜਦ ਉਸ ਮਾਂ ਨੇ ਰਸੂਲ ਹਮਜ਼ਾ ਤੋਪ ਦੇ ਮੂੰਹੋਂ ਆਪਣੇ ਪੁੱਤ ਦਾ ਆਪਣੀ ਬੋਲੀ ਤੋਂ ਬਾਗੀ ਹੋਣ ਦੇ ਬਾਰੇ 'ਚ ਇਹ ਸ਼ਬਦ ਸੁਣਿਆ ਕਿ ਮੇਰਾ ਪੁੱਤ ਹੁਣ ਦਾਗਿਸਤਾਨ ਦੀ ਬੋਲੀ ਨਹੀਂ ਬੋਲਦਾ, ਉਹ ਤਾਂ ਹੁਣ ਦੂਜੇ ਮੁਲਕ ਦੀ ਬੋਲੀ ਬੋਲਦਾ, ਤਾਂ ਰਸੂਲ ਹਮਜ਼ਾ ਤੋਪ ਦੱਸ ਰਿਹਾ ਕਿ ਉਸ ਮਾਈ ਨੇ ਅਫਸੋਸ ਦੇ ਵਿੱਚ ਆ ਕੇ ਉਸ ਵੇਲੇ ਉਸ ਮਾਈ ਨੇ ਅਫਸੋਸ ਦੇ ਵਿੱਚ ਆ ਕੇ ਉਸ ਵੇਲੇ ਆਪਣੇ ਚਿਹਰੇ ਦੇ ਉੱਤੇ ਕਾਲਾ ਨਕਾਬ ਕਰ ਲਿਆ। ਕਹਿੰਦੇ ਆ
ਕਿ ਦਾਗਿਸਤਾਨ ਦੀਆਂ ਔਰਤਾਂ ਆਪਣੇ ਫੇਸ ਦੇ ਉੱਤੇ ਆਪਣੇ ਚਿਹਰੇ ਦੇ ਉੱਤੇ ਨਕਾਬ ਉਸ ਵੇਲੇ ਕਰਦੀਆਂ ਹੁੰਦੀਆਂ ਸਨ ਜਾਂ ਹੁਣ ਵੀ ਕਰਦੀਆਂ ਹੋਣਗੀਆਂ ਜਦ ਉਹਨਾਂ ਦਾ ਜਵਾਨ ਪੁੱਤ ਮਰ ਜਾਂਦਾ ਸੀ। ਤੇ ਉਸ ਮਾਈ ਨੇ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਪੁੱਤ ਮੇਰੇ ਲਈ ਮਰ ਗਿਆ, ਜਿਹੜਾ ਆਪਣੀ ਜ਼ੁਬਾਨ ਆਪਣੀ ਬੋਲੀ ਬੋਲਣੀ ਭੁੱਲ ਗਿਆ। ਤੇ ਉਸ ਦੁੱਖ ਦੇ ਵਿੱਚ ਆ ਕੇ ਉਸਨੇ ਆਪਣੇ ਚਿਹਰੇ ਦੇ ਉੱਤੇ ਨਕਾਬ ਕਰ ਲਿਆ। ਸੋ ਇਹ ਹੁੰਦਾ ਆਪਣੀ ਬੋਲੀ ਦੇ ਨਾਲ ਪਿਆਰ, ਇਹ ਹੁੰਦੀ ਆਪਣੀ ਬੋਲੀ ਦੇ ਨਾਲ ਮੁਹੱਬਤ, ਕਿ ਅਸੀਂ ਚਾਹੇ ਜਿੱਥੇ ਵੀ ਰਹਿੰਦੇ ਹਾਂ ਸਾਨੂੰ ਆਪਣੀ ਬੋਲੀ ਦੇ ਨਾਲ ਪਿਆਰ ਮੁਹੱਬਤ ਹੋਣੀ ਚਾਹੀਦੀ ਆ। ਇਹ ਸਾਡੇ ਗੁਰੂਆਂ ਪੀਰਾਂ ਦੀ ਬੋਲੀ ਆ, ਸਾਡੇ ਪੁਰਖਿਆਂ ਦੀ ਬੋਲੀ ਆ, ਸਾਡੀ ਮਾਂ ਬੋਲੀ ਆ, ਸਾਡੀ ਇਹਦੇ ਨਾਲ ਪਹਿਚਾਣ ਬਣੀ ਹੋਈ ਆ। ਅਸੀਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਰਹਿੰਦੇ ਹਾਂ, ਸਾਡੀ ਇਹ ਜਗਾੜੂ ਬੋਲੀ ਹੈ। ਚਾਹੇ ਅਸੀਂ ਇੰਗਲਿਸ਼ ਬੋਲਦੇ ਹਾਂ, ਜਰਮਨ ਬੋਲਦੇ ਹਾਂ, ਫਰੈਂਚ, ਇਟਾਲੀਅਨ, ਸਪੈਨਿਸ਼, ਅਸੀਂ ਦੁਨੀਆ ਦੀ ਕੋਈ ਵੀ ਬੋਲੀ ਬੋਲਦੇ ਹਾਂ, ਸਾਨੂੰ ਬੋਲਣੀ ਚਾਹੀਦੀ ਹੈ, ਸਿੱਖਣੀ ਚਾਹੀਦੀ ਹੈ। ਸਾਨੂੰ ਸਾਡੀ ਆਪਣੀ ਬੋਲੀ ਦੇ ਨਾਲ ਨਾਲ ਹਿੰਦੀ ਬੋਲੀ ਦੀ ਵੀ ਉਨੀ ਹੀ ਰਿਸਪੈਕਟ ਕਰਨੀ ਚਾਹੀਦੀ ਹੈ, ਕਿਉਂਕਿ ਕਈ ਦਫਾ ਸਾਡੀ ਜਿੱਥੇ ਪੰਜਾਬੀ ਦੀ ਵਾਹ ਨਹੀਂ ਚੱਲਦੀ, ਅਸੀਂ ਹਿੰਦੀ ਬੋਲ ਲੈਂਦੇ ਹਾਂ ਜਾਂ ਇੰਗਲਿਸ਼ ਬੋਲ ਲੈਂਦੇ ਹਾਂ। ਕੋਈ ਵੀ ਭਾਸ਼ਾ ਅਸੀਂ ਬੋਲਦੇ ਹਾਂ ਤਾਂ ਕਿ ਸਾਡੀ ਗੱਲ ਕਿਸੇ ਤੱਕ ਸਮਝ ਆ ਸਕੇ, ਸਾਡੀ ਔਖੀ ਘੜੀ ਦਾ ਕੋਈ ਸਾਡਾ ਜੁਗਾੜ ਬਣ ਸਕੇ। ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹੋਣਾ, ਵੀ ਨਹੀਂ ਚਾਹੀਦਾ, ਪਰ ਆਪਣੀ ਬੋਲੀ ਨੂੰ ਅਸੀਂ ਬੋਲਣਾ ਆ। ਇਹ ਸਾਡੀ ਸਹੁੰ ਆ ਆਪਣੇ ਗੁਰੂ ਪੀਰਾਂ ਦੇ ਨਾਲ, ਸਾਡੇ ਆਪਣੇ ਪੁਰਖਿਆਂ ਦੇ ਨਾਲ, ਸਾਡੀ ਜ਼ਮੀਰ ਦੇ ਨਾਲ, ਸਾਡੀ ਪਹਿਚਾਣ ਦੇ ਨਾਲ। ਸੋ ਦੋਸਤੋ, ਇਹ ਆਪਣੀ ਇਸ ਬੋਲੀ ਨੂੰ ਵੱਧ ਤੋਂ ਵੱਧ ਪਿਆਰ ਕਰੋ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ, ਸੋਹਣੀਆਂ ਸੋਹਣੀਆਂ ਲਿਖਤਾਂ ਲਿਖੋ, ਸੋਹਣੀਆਂ ਸੋਚਾਂ ਸੋਚੋ, ਸੋਹਣੇ ਸ਼ਬਦ ਘੜੋ, ਸੋਹਣੀ ਸ਼ਬਦਾਵਲੀ ਬੋਲੋ। ਚਾਹੇ ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨਾਲ ਬੋਲਦੇ ਆ, ਬੱਚਿਆਂ ਨਾਲ ਬੋਲਦੇ ਆ, ਇਹ ਗੰਦੀ ਅਤੇ ਗੁਸੈਲੀ ਅਤੇ ਕੁਸੈਲੀ ਬੋਲੀ ਨੂੰ ਖ਼ਤਮ ਕਰਨ ਦੀ ਅਸੀਂ ਕੋਸ਼ਿਸ਼ ਕਰੀਏ। ਇਹੀ ਸਾਡੀ ਇੱਕ ਇੱਛਾ ਆ ਅੱਜ ਦੇ ਦਿਨ, ਇਹੀ ਸਾਡਾ ਇੱਕ ਦ੍ਰਿੜ ਸਾਡੇ ਨਾਲ ਹੋਣਾ ਚਾਹੀਦਾ, ਇੱਕ ਵਾਅਦਾ ਹੋਣਾ ਚਾਹੀਦਾ। ਸੋ ਤੁਹਾਡੇ ਲਈ ਬਹੁਤ ਬਹੁਤ ਪਿਆਰ ਸਤਿਕਾਰ। ਪੰਜਾਬ ਪੰਜਾਬੀਅਤ ਜਿੰਦਾਬਾਦ, ਜਿਉਂਦੇ ਵਸਦੇ ਰਹੋ।